ਤੀਰਥ ਅੰਤਰ ਜਾਣਿਆ। ਅਸੀਂ ਅੰਤਰੀਵ ਤੀਰਥ ਨੂੰ ਜਾਣ ਲਿਆ, ਅੰਦਰ ਦੇ ਤੀਰਥ ਨੂੰ ਜਾਣ ਲਿਆ ਜੋ ਪਾਪਾਂ ਨੂੰ ਧੋ ਦਿੰਦਾ, ਦੁੱਖਾਂ ਨੂੰ ਮਿਟਾ ਦਿੰਦਾ, ਕਲ ਕਲੇਸ਼ ਨੂੰ ਮਿਟਾ ਦਿੰਦਾ, ਪੁਰਬਲੇ ਕੀਤੇ ਹੋਏ ਕਰਮਾਂ ਨੂੰ ਮਿਟਾ ਦਿੰਦਾ, ਧੋ ਦਿੰਦਾ। ਉਹ ਕਿਹੜਾ ਤੀਰਥ ਹੈ? ਸੁਣੀਏ ਮਨੀਏ ਮਨ ਕੀਤਾ ਭਾਵ। ਜੋ ਭੋਜਨ ਅਸੀਂ ਛਕਦੇ ਹਾਂ ਉਸ ਦਾ ਜਿਹੜਾ ਭਾਗ ਸਾਡੇ ਸਰੀਰ ਦੇ 'ਚ ਰਹਿ ਜਾਂਦਾ ਹੈ ਉਹੀ ਖੂਨ ਬਣਦਾ, ਉਹੀ ਮਾਸ ਬਣਦਾ, ਉਹੀ ਸਰੀਰ ਦੀ ਸ਼ਕਤੀ ਬਣਦਾ, ਉਹੀ ਇੰਦਰੀਆਂ ਦੀ ਸ਼ਕਤੀ ਬਣਦਾ। ਜੋ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ ਹੈ ਉਹ ਮਨ ਦਾ ਹਿੱਸਾ ਬਣ ਜਾਂਦਾ ਹੈ, ਬਾਕੀ ਵਿਅਰਥ ਚਲਾ ਜਾਂਦਾ ਹੈ, ਹਵਾ 'ਚ ਉੱਡ ਜਾਂਦਾ ਹੈ। ਸੁਣਿਆ ਹੋਇਆ ਹਵਾ 'ਚ ਉੱਡ ਗਿਆ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਇਹੀ ਦਲੀਲ ਹੈ। ਜੋ ਭੋਜਨ ਅਸੀਂ ਖਾਂਦੇ ਹਾਂ ਉਸ ਦਾ ਜਿਹੜਾ ਭਾਗ ਸਾਡੇ ਸਰੀਰ ਦੇ 'ਚ ਰਹਿ ਜਾਂਦਾ ਹੈ ਉਹੀ ਖੂਨ ਹੈ, ਉਹੀ ਮਿੰਜ ਹੈ, ਉਹੀ ਮਾਸ ਹੈ, ਉਹੀ ਸਰੀਰ ਦੀ ਸ਼ਕਤੀ ਹੈ। ਸਰੀਰ ਭੋਜਨ ਦਾ ਵਿਕਾਸ ਹੈ। ਮਾਂ ਬਾਪ ਦਾ ਖਾਧਾ ਹੋਇਆ ਭੋਜਨ ਰਕਤ ਬਿੰਦ, ਮਨੁੱਖੀ ਬੱਚਾ ਰਕਤ ਬਿੰਦ ਦਾ ਮੇਲ ਹੈ। ਫਿਰ ਇਹ ਦੁੱਧ ਪੀ ਰਿਹਾ ਹੈ, ਭੋਜਨ ਹੈ, ਭੋਜਨ ਦਾ ਵਿਕਾਸ ਇਹ ਸਰੀਰ ਹੈ, ਇਹ ਤਨ ਹੈ, ਭੋਜਨ ਦਾ ਹੀ ਵਿਕਾਸ ਹੈ। ਨਾ ਬੱਚੇ ਨੂੰ ਦੁੱਧ ਪਿਲਾਓ ਵਿਕਾਸ ਨਹੀਂ ਹੋਵੇਗਾ, ਨਾ ਬੰਦਾ ਭੋਜਨ ਛਕੇ ਨਹੀਂ ਜੀ ਸਕੇਗਾ। ਇੰਜ ਕਹਿੰਦੇ ਨੇ ਸਰੀਰ ਹੈ ਹੀ ਭੋਜਨ। ਬਾਬਾ ਫਰੀਦ ਇੰਜ ਕਹਿੰਦੇ ਨੇ, ਸਾਢੇ ਤ੍ਰੈ ਮਣ ਦੇ ਹੋਰੀ ਚੱਲੇ ਪਾਣੀ ਅੰਨ। ਬਾਬਾ ਫਰੀਦ ਇਹ ਤੇ ਅੰਨ ਪਾਣੀ ਦਾ ਪੁਤਲਾ ਹੈ। ਮੈਂ ਅੰਨ ਦਾ ਤਿਆਗੀ ਹਾਂ, ਅੰਨ ਦਾ ਤਿਆਗੀ ਹਾਂ, ਐਸਾ ਕੋਈ ਨਾਰਾ ਲਾਵੇ। ਕਬੀਰ ਕਹਿੰਦੇ ਨੇ ਬਸ ਇਹੀ ਪਕੰਡੀ ਹੈ, ਅੰਨ ਛੋੜ ਕਰੇ ਪਾਖੰਡ, ਨਾ ਸੁਹਾਗਣ ਨਾ ਔਰੰਡ। ਸ਼੍ਰੀ ਕਬੀਰ। ਕਿਉਂਕਿ ਤਨ ਇਹ ਤੇ ਹੈ ਹੀ ਭੋਜਨ ਦਾ ਪੁਤਲਾ। ਅੰਨ ਨਹੀਂ ਖਾਂਦਾ, ਕੁਝ ਹੋਰ ਖਾਏਗਾ, ਕੁਝ ਹੋਰ ਪੀਏਗਾ। ਤਨ ਦਾ ਵਿਕਾਸ ਭੋਜਨ ਦਾ ਵਿਕਾਸ ਹੈ। ਤਨ ਦੀ ਹੋਂਦ ਭੋਜਨ ਦੀ ਹੋਂਦ ਹੈ। ਕਿਹੜਾ ਭੋਜਨ ਜੋ ਖਾਧਾ ਹੋਇਆ ਸਰੀਰ ਦੇ ਵਿੱਚ ਰਹਿ ਗਿਆ, ਉਹੀ ਖੂਨ ਬਣਦਾ, ਉਹੀ ਮਿੰਜ ਬਣਦਾ, ਉਹੀ ਮਾਸ ਬਣਦਾ। ਸਤਸੰਗ ਦੇ ਵਿੱਚ ਜੋ ਅਸੀਂ ਸੁਣਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ ਉਹੀ ਸਾਡੇ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣਦਾ। ਬਾਕੀ ਸੁਣਿਆ ਹੋਇਆ ਹਵਾ 'ਚ ਉੱਡ ਗਿਆ, ਬਾਕੀ ਸੁਣਿਆ ਹੋਇਆ ਬਾਹਰ ਰਹਿ ਗਿਆ, ਬਾਕੀ ਸੁਣਿਆ ਹੋਇਆ ਸਾਡੇ ਲਈ ਕੋਈ ਲਾਭਕਾਰੀ ਨਾ ਹੋਇਆ, ਕਿਉਂਕਿ ਮਨ ਨੇ ਤੇ ਮੰਨਿਆ ਹੀ ਨਹੀਂ, ਮਨ ਦਾ ਹਿੱਸਾ ਨਹੀਂ ਬਣਿਆ। ਇੱਕ ਦਫਾ ਮੈਂ ਫਿਰ ਦੁਹਰਾ ਕੇ ਅਗਾਂਹ ਵਧਦਾ। ਜੋ ਕੁਛ ਅਸੀਂ ਜੀਵਨ ਭਰ ਛਕਦੇ ਹਾਂ, ਭੋਜਨ ਖਾਂਦੇ ਹਾਂ, ਉਸ ਦਾ ਜਿਹੜਾ ਭਾਗ ਸਾਡੇ ਸਰੀਰ ਦੇ 'ਚ ਰਹਿ ਜਾਂਦਾ ਹੈ ਉਹੀ ਖੂਨ ਹੈ, ਹੋਰ ਕੁਛ ਵੀ ਖੂਨ ਨਹੀਂ ਹੈ। ਉਹੀ ਖੂਨ ਹੈ, ਉਹੀ ਚਰਬੀ ਹੈ, ਉਹੀ ਮਾਸ ਹੈ, ਉਹੀ ਸਰੀਰ ਦੀ ਤਵਾਨਾਈ ਹੈ, ਸ਼ਕਤੀ ਹੈ। ਜੋ ਅਸੀਂ ਸੁਣਦੇ ਹਾਂ, ਜੋ ਸੁਣਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ ਹੈ ਉਹ ਸਾਡੇ ਮਨ ਦਾ ਹਿੱਸਾ ਬਣਦਾ ਹੈ, ਬਾਕੀ ਨਹੀਂ ਬਣਦਾ, ਨਹੀਂ ਬਣਦਾ। ਬਾਕੀ ਸੁਣਿਆ ਹੋਇਆ ਹਵਾ 'ਚ ਉੱਡ ਗਿਆ। ਅਕਸਰ ਮਨੁੱਖ ਕਹਿ ਦਿੰਦਾ ਸੁਣਿਆ ਤੇ ਹੈ ਪਰ ਕੀ ਕਰੀਏ, ਮਨ ਨਹੀਂ ਮੰਨਦਾ। ਅਕਸਰ ਕਹਿ ਦਿੰਦਾ
ਵੇਖਿਆ ਤੇ ਹੈ ਮਨ ਨਹੀਂ ਮੰਨਦਾ, ਪੜਿਆ ਤੇ ਹੈ ਮਨ ਨਹੀਂ ਮੰਨਦਾ। तो फिर पढ़िया होया मन का हिस्सा नहीं बनेगा, सुनिया होया मन का हिस्सा नहीं बनेगा, क्योंकि मन मनदा नहीं। धर्म की पहली साधना सुनन ते खड़ी है। सुनन, सुनिए मनिए मन कीता। इनू उपनिषदां दे ऋषि इंज कहते हैं, श्रुतवा धर्मं विजानाति, सरवण करने से ही धर्म की प्राप्ति है। इंज कहते हैं, सुनना मूल है। धन गुरु नानक देव जी महाराज नूं इस दे उत्ते 4 पौड़ियां उचारण करनियां पईयां। सुनिए सिद्ध पीर सुननाथ। किसी ने सुनिया, सुनिया होया मन लिया, सिद्ध बन गया, नाथ बन गया। सुनिए सिद्ध पीर सुननाथ, कोई पीर बन गया, कोई संत बन गया। सुनन दी इतनी वड्डी महिमा एक पौड़ी नहीं, 4, और हर पौड़ी विच नवे तो नवे रूप दिते ने। सुनिए ईसर बर्मा इंद, सुनिए मोक्ष सलाहन मन। सुन सुन के कोई ब्रह्मे जैसा विद्वान बनया है, सुन सुन के ही कोई सतो गुणी विष्णु बनया है, सुन सुन के ही कोई भोला शंकर बनया है, शिवजी बनया है। सारी ये उच्च पदवियां धर्म दियां सुनन ते खड़ियां। सुनिए सत संतोख ज्ञान। किसी ने सुनिया मन लिया, उही सत बनया, उच्चा आचरण बन गया, उही संतोख बन गया, उही सबर बन गया। उस सुनन ने इतना पवित्र कर दिता है कि 68 तीरथ इस तो कुर्बान किए जा सकते हैं, सदके किए जा सकते। फिर चौथी च कहते हैं, सुनिए सारा गुनाह कहेगा, सुनिए शेख पीर पातशाह, सुनिए अंधे पावे राव, सुने हाथ होवे अस गाओ। ये न तरे जान वाला सागर, जिन्हों अबूर करना बड़ा औखा है, एक हाथ जैसा रह जाता है, सुनन नाल मनुख अबूर कर देंदा है, पार हो जाता है, बहुत सागर तो पार हो जाता है। सारे पाप मिट जाते ने, सारे दुख मिट जाते ने, सदीवी आनंद की प्राप्ति हो जाती है। नानक भगतां सदा विगास, सुनिए दुख पाप का नाश। केड़ा सुनिया होया? जिन्हों मन लिया। मैं हुण फिर दोहरावां ते अगे चला। जो भोजन असी छकदे हां, उसका जिहड़ा भाग साडे शरीर दे च रह जांदा है, उही शरीर का हिस्सा बनता है। खून बन के, मांस बन के, चर्बी बन के, हड्डियां बन के, इंद्रियां की शक्ति बन के। शरीर का विकास, शरीर की होंद भोजन की होंद है, भोजन का विकास है। जो असी सुनते हैं, पढ़ते हैं, मन मन लैंदा है जिसनों, उही साडे मन का हिस्सा बनता है, उही साडे मन का रूप बनता है। सुनिया होया अगर मने है तो ये सिद्ध हो जाएगा, सुनिया होया अगर मने है तो संतोखी हो जाएगा, सुनिया होया अगर मने है तो ये ज्ञानी हो जाएगा, सुनिया होया अगर मने है तो इसके सारे दुख ते पाप नाश हो जाएंगे और सदीवी आनंद की प्राप्ति हो जाएगी। सुनने वास्ते कबूल करना पड़ेगा, मैं कुछ नहीं जानना चाहता और मैं सुनना चाहता, जानना चाहता। इस वास्ते बड़ा निर्माण शब्द दिता गुरु नानक ने, सिख। सिख तो मुराद की मैं सीखना है, मैं नहीं जानता, कुछ भी नहीं जानता।
इस तो ज्यादा निर्माण शब्द होर कोई नहीं है। मैं कुछ भी नहीं जानता, कुछ भी नहीं जानता, जानना चाहना, सीखना चाहना। और ये भाव मरदे दम तक बनिया रवे, क्योंकि जीवन बड़ा छोटा है, जानन नूं बहुत कुछ है, बहुत कुछ है। अगर गौर नाल देखिए, धन गुरु ग्रंथ साहब जी की सारी बाणी अगम्य सागर मनुख नूं बड़े मुश्किल नाल किधरे 2-4 शब्दां दी जीवन भर दे किधरे समझ आ जाए ते आ जाए। फिर 10वां ग्रंथ है भाई गुरदास जी दियां वारां ने, 52 कवियां दियां रचनावां ने। कवि संतोख सिंह जी का गुर प्रताप सूरज ग्रंथ है। इतना वड्डा खजाना है, इति कोई खोले, प्यो दा देखा खोल डिठा खजाना, ता मेरे मन भया निदाना। नहीं खोलिया, बहुत कुछ है। सियाणे अनुभवी पुरुष कहते हैं, कोई भी मनुख जिस मजहब दे पैदा होया है, अपने धर्म के सारे ग्रंथों का अध्ययन नहीं कर सकता, नहीं कर सकता। बहुत कुछ है, बड़ा पसारा है, बहुत वड्डा पसारा है। तो मैं अर्ज करा, इस वास्ते सतगुरु ने निर्माण शब्द दे दिता, सिख। तो सीखना है, सीखण का भाव लैके आ, मैं सीखना है। और सीखण लई ते सुनना है, पहले सुनना है, सरोता बनना है, सुनना है। सुनिए, इस वास्ते सिख तो ज्यादा निर्माण अवस्था होर कोई नहीं, हंकारी सिख हो ही नहीं सकता। जिहड़ा यह दावा करदा मैं सब कुछ जानदा, पता है मैनूं की है गुरमत में जानना। ये कुछ भी होवे, कम से कम सिख नहीं है। सिख जो मरदे दम तक ये भावना रखे, मैं सीखना है और मैं कुछ नहीं जानता। जानन नूं बहुत कुछ है, सीखण नूं बहुत कुछ है। जीवन बहुत छोटा है, बहुत छोटा है, बहुत छोटा है। इस वास्ते चूंकि ये युग कलयुग दे विच, किसी युग दे विच काम प्रधान होंदा है, किसी दे विच लोभ प्रधान होंदा है। इस युग दे विच हंकार प्रधान है। साहिब कहते ने, हऊं मैं रोग मानक को दीना। ये प्रधान है, बड़ा प्रधान है। आहंग मैं हां, दूजा नहीं है। तो हंकारी सिख नहीं हो सकता। भावें सिख दिखाई देंदा, सिख नहीं है। सिख दा ते मतलब है मैं सीखना चाहना, मैनू कुछ नहीं आउंदा, मैं कुछ नहीं जानता। कम से कम हे प्रभु, मैं तेरे बारे कुछ भी नहीं जानता। कम से कम हे गुरु, मैं तेरे बारे कुछ भी नहीं जानता। मैं जानना चाहना, मैं सीखना चाहना। इतना गहरा भाव होवे तो सीख भी लेगा। बड़ा निर्माण शब्द है। धन गुरु नानक देव जी महाराज कहते ने, इक ना नाद ना बेद गे रस, रस कस ना जानंत। इस श्लोक का खुलासा करने तो पहले मैं इतना अर्ज करते हैं, धन गुरु नानक देव जी महाराज ने अपनी प्रचार फेरी कीर्तन दे राहें आरंभ की थी। किसी नूं समझाना गा के, और गाया होया शब्द अगले नूं इतना मुतासिर कर देंदा सी, झुक जांदे सन। किसे किसे नूं विचार नाल। कीर्तन तो बाद धन गुरु अर्जन देव जी महाराज ने, पंजवें गुरु नानक ने सोचा, हर मनुख दी कीर्तन तक पहुंच नहीं आउंदी, नहीं आउंदी। यह भी मैं अर्ज करदा। तो कथा दी परंपरा चली। धन गुरु अर्जन देव जी महाराज पहले आप कथा करते सन, फिर भाई गुरदास जी ने आरंभ की थी। 6वें पातशाह गुरु हरगोबिंद साहब जी महाराज जिथे बैठ के कथा करते रहे, उन्होंने विवेक सर कहते हैं। विवेक का मतलब ही ज्ञान।
ਗਿਆਨ ਦਿੰਦੇ ਰਹੇ, ਕਥਾ ਕਰਦੇ ਰਹੇ। ਅੰਮ੍ਰਿਤਸਰ ਦੇ 'ਚ ਇੱਕ ਵਿਵੇਕਸਰ ਹੈ 5 ਸਰੋਵਰਾਂ ਵਿੱਚੋਂ, ਉੱਥੇ 6ਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਕਥਾ ਕਰਦੇ ਸਨ। ਇਸ ਤਰ੍ਹਾਂ ਕਥਾ ਦੀ ਪਰੰਪਰਾ ਆਰੰਭ ਹੋਈ। ਸਿੱਖ ਨੂੰ ਵਿਚਾਰਾਂ ਦੇ ਰਾਹੀਂ ਨਿਰੰਕਾਰ ਨਾਲ ਜੋੜਨਾ, ਵਿਚਾਰਾਂ ਦੇ ਰਾਹੀਂ ਕਰਤਾਰ ਦੀ ਸੂਝ-ਬੂਝ ਕਰਾਣੇ। ਸਿੱਖ ਨੂੰ ਆਪਣੀ ਵਿਰਾਸਤ ਦਾ, ਆਪਣੇ ਇਤਿਹਾਸ ਦਾ ਤੇ ਆਲੇ ਦੁਆਲੇ ਦੇ ਇਤਿਹਾਸ ਦਾ ਵੀ ਬੋਧ ਹੋਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਢਾਡੀ ਸਿੰਘਾਂ ਨੂੰ ਜਨਮ ਦਿੱਤਾ। ਪਹਿਲਾ ਢਾਡੀ ਅਬਦੁੱਲਾ ਸੀ, ਮੁਸਲਮਾਨ ਸੀ। ਪਹਿਲਾ ਕੀਰਤਨੀਆ ਮਰਦਾਨਾ ਸੀ, ਮੁਸਲਮਾਨ ਸੀ। ਅਬਦੁੱਲਾ ਸਿੱਖ ਇਤਿਹਾਸ ਨੂੰ ਜੰਗੀ ਤਰਜ਼ ਦੀਆਂ ਧੁਨਾਂ ਦੇ ਉੱਤੇ ਬੀਰ ਰਸ ਦੇ 'ਚ ਗਾ ਕੇ ਸੰਗਤਾਂ ਦੇ ਸਾਹਮਣੇ ਸੁਣਾਉਂਦਾ ਹੁੰਦਾ ਸੀ। ਉਸ ਤੋਂ ਇਹ ਢਾਡੀ ਸਿੰਘ ਚੱਲੇ। ਇਤਿਹਾਸ ਨੂੰ ਕਵਿਤਾ ਦੇ 'ਚ ਬਿਆਨ ਕਰਨਾ। 10ਵੇਂ ਗੁਰੂ ਨਾਨਕ ਦਾ ਜ਼ਮਾਨਾ ਆਇਆ, ਸਿੱਖ ਨੂੰ ਸਾਹਿਤ ਦੀ ਵੀ ਸਮਝ ਹੋਵੇ, ਕਲਾ ਦਾ ਵੀ ਬੋਧ ਹੋਵੇ। ਤੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਨਾਲ 52 ਕਵੀ ਰੱਖਦੇ ਸਨ। ਜਗ੍ਹਾ ਜਗ੍ਹਾ ਕਵੀ ਸੰਮੇਲਨ ਉਹ ਕਰਾਉਂਦੇ ਸਨ। ਜਦ ਵੀ ਕਿਸੇ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹਦੇ ਅੰਦਰ ਕੁਝ ਕੋਮਲ ਕਲਾ ਪ੍ਰਗਟ ਹੁੰਦੀ ਹੈ। ਸੰਗੀਤ ਸਭ ਤੋਂ ਕੋਮਲ ਕਲਾ ਹੈ, ਕਵਿਤਾ ਸਭ ਤੋਂ ਕੋਮਲ ਕਲਾ ਹੈ, ਫਿਰ ਚਿੱਤਰ ਕਲਾ ਹੈ, ਮੂਰਤੀ ਕਲਾ ਹੈ। ਅਵਤਾਰਾਂ ਦੀ ਪਹਿਚਾਣ ਹੀ ਕਲਾ ਕਰਕੇ ਆਉਂਦੀ ਸੀ, ਬਈ ਇਹਦੇ ਅੰਦਰ ਕਲਾ ਕਿਤਨੀ ਹੈ। ਇਹ 2 ਕਲਾ ਅਵਤਾਰ ਹੈ, 4 ਕਲਾ ਅਵਤਾਰ ਹੈ, 8 ਕਲਾ ਅਵਤਾਰ ਹੈ, ਇਹ 16 ਕਲਾ ਅਵਤਾਰ। 16 ਕਲਾ ਸ੍ਰੀ ਕ੍ਰਿਸ਼ਨ ਦੇ 'ਚ ਮੰਨਦੇ। ਕੋਈ ਅੰਸਾ ਅਵਤਾਰ ਹੈ, ਅੰਸ ਮਾਤਰ ਹੈ, ਕੋਈ ਪੂਰਨ ਅਵਤਾਰ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕਰ ਚੜਿਆ। ਉਹ ਜਿਹੜਾ ਠਾਕਰ ਹੈ, ਪਰਮਾਤਮਾ ਹੈ, ਤੂੰ ਸਰਬ ਕਲਾ ਕਾ ਗਿਆਤਾ। ਉਹ ਸਾਰੇ ਕਲਾ ਦਾ ਗਿਆਨੀ ਹੈ, ਔਰ ਕਿਸੇ ਨੂੰ ਕਲਾ ਪ੍ਰਾਪਤ ਹੁੰਦੀ ਹੈ ਉਸ ਮਹਾਨ ਕਲਾਕਾਰ ਤੋਂ ਪ੍ਰਾਪਤ ਹੁੰਦੀ ਹੈ, ਉਸ ਨਾਲ ਜੁੜ ਕੇ ਪ੍ਰਾਪਤ ਹੁੰਦੀ ਹੈ। ਉਹ ਜ਼ਿੰਦਾ ਕਲਾ ਹੁੰਦੀ ਹੈ। ਸੰਗੀਤ ਜਦ ਅੰਦਰੋਂ ਜਨਮ ਲੈਂਦਾ ਹੈ, ਉਹ ਜ਼ਿੰਦਾ ਹੁੰਦਾ ਹੈ। ਜਿਹੜਾ ਸਿੱਖਣਾ ਹੁੰਦਾ ਹੈ, ਉਹਦੇ 'ਚ ਜਿੰਦ ਜਾਨ ਨਹੀਂ ਹੁੰਦੀ। ਇਹ ਵੀ ਮੈਚ ਕਰਦੇ ਹਾਂ। ਕਵਿਤਾ ਜਿਹੜੀ ਅੰਦਰੋਂ ਜਨਮ ਲੈਂਦੀ ਹੈ, ਉਹਦੇ ਜਿੰਦ ਜਾਨ ਆਉਂਦੀ ਹੈ, ਬੜਾ ਮੁਤਾਸਰ ਕਰਦੀ ਹੈ, ਬੜਾ ਪ੍ਰਭਾਵਿਤ ਕਰਦੀ ਹੈ। ਰਾਬਿੰਦਰਨਾਥ ਟੈਗੋਰ ਕਹਿੰਦੇ ਸਨ, ਜਿਸ ਬੰਦੇ ਨੂੰ ਮਾਸੂਮ ਬੱਚੇ ਨਹੀਂ ਚੰਗੇ ਲੱਗਦੇ, ਫੁੱਲ ਨਹੀਂ ਚੰਗੇ ਲੱਗਦੇ, ਸੰਗੀਤ ਨਹੀਂ ਚੰਗਾ ਲੱਗਦਾ, ਕਵਿਤਾ ਨਹੀਂ ਚੰਗੀ ਲੱਗਦੀ, ਕਹਿੰਦਾ ਮੈਂ ਮੰਨਦਾ ਹੀ ਨਹੀਂ ਉਸ ਬੰਦੇ ਕੋਲ ਦਿਲ ਹੋਵੇਗਾ, ਕੋਈ ਪੱਥਰ ਹੋਵੇਗਾ। ਉਸ ਬੰਦੇ ਕੋਲ ਦਿਮਾਗ ਹੋਵੇਗਾ, ਕਹਿੰਦਾ ਨਹੀਂ ਪੱਥਰ ਹੋਵੇਗਾ। ਇਹ ਮਨੁੱਖ ਨਹੀਂ ਹੋਵੇਗਾ, ਪੱਥਰ ਹੋਵੇਗਾ। ਸੰਗੀਤ ਚੰਗਾ ਹੀ ਨਹੀਂ ਲੱਗਦਾ, ਕਵਿਤਾ ਚੰਗੀ ਹੀ ਨਹੀਂ ਲੱਗਦੀ, ਫੁੱਲ ਚੰਗੇ ਹੀ ਨਹੀਂ ਲੱਗਦੇ, ਮਾਸੂਮ ਬੱਚੇ ਚੰਗੇ ਹੀ ਨਹੀਂ ਲੱਗਦੇ। ਰਾਬਿੰਦਰਨਾਥ ਟੈਗੋਰ ਕਿਉਂਕਿ ਕਵੀ ਸੀ, ਕਵੀ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣੀ ਬਹੁਤ ਸਾਰੀ ਬਾਣੀ ਦੇ ਉੱਤੇ ਆਪਣੇ ਆਪ ਨੂੰ ਕਵੀ ਕਰਕੇ ਅੱਗੇ ਕਰਦੇ ਨੇ। ਕਵੀਓ ਬਾਚ ਬੇਨਤੀ ਚੋ ਭਈ, ਇਹ ਕਵੀ ਦੇ ਬੋਲ ਨੇ। ਧੰਨ ਗੁਰੂ ਨਾਨਕ ਇੰਜ ਕਹਿੰਦੇ ਨੇ, ਨਾਨਕ ਸ਼ਾਇਰ ਏਵ ਕਹਿਤ ਹੈ, ਸੱਚੇ ਪਰਵਰਦਿਗਾਰਾ। ਇਹ ਜੋ ਨਾਨਕ ਕਹਿ ਰਿਹਾ, ਨਾਨਕ ਸ਼ਾਇਰ ਕਹਿ ਰਿਹਾ, ਸ਼ਾਇਰੀ ਜੋ ਰਖ ਰਿਹਾ। ਉਰਦੂ 'ਚ ਕਹਿ ਲਓ ਸ਼ਾਇਰੀ, ਹਿੰਦੀ 'ਚ ਕਹਿ ਲਓ ਕਵਿਤਾ। ਹੁਣ ਕਵੀ 2 ਤਰ੍ਹਾਂ ਦੇ ਹੁੰਦੇ ਨੇ।
महान कलाकार नाल सुन सुन के सुरत जुड़ गई है। अंदरों कला ने जन्म लिया, कविता ने जन्म ले लिया, संगीत ने जन्म ले लिया। अलोरा अजंता गुफावां दे जो चित्र बनाए गए ने, ये उन्हां जुड़े हुए कलाकारां ने बनाए ने। दुनिया भर तो चित्रकार पहुंचते ने अजंता दे विच एक तस्वीर की नकल करन। वो तस्वीर है, तुसी सामने देखो तो मुस्कुरांदी हुई है। इंज खब्बे पासे आ जाओ, बड़ी गंभीर है, बहुत गंभीर है। और सज्जे पासे आ जाओ, समाधि लीन दिखाई देती। तस्वीर इको ही है। इको ही तस्वीर दे तीन रूप दिखाई देंदे ने पहलू बदलन नाल। दुनिया भर तो आर्टिस्ट उत्थे पहुंचते ने। किवें बनाई गई? भावें 2000 साल बनाई गई, पर अज भी जिंदा है, जिंदगी दे रही है। किसी ऐसे चित्रकार दे अंदरों निकली है जिहदी चित्रकला दे च जान सी, जिंदगी सी, किसी तो सिखिया नहीं सी। परमात्मा नाल जुड़ के कला उसके अंदरों प्रगट हुई सी। बौद्ध भिक्षु सन, उसने बनाई सी। मैं भी जिस दिन देखी हैरान होया। मैं कहा हद हो गई। खब्बे पासे देखदे कुछ होर दिखाई देंदी है, सज्जे पासे देखिए तो कुछ होर, सामने देखिए तो कुछ होर। सारी दुनिया दे चोटी दे चित्रकार उत्थे पहुंचते ने, नकल करते हैं, बैठे होंदे ने, बनांदे पे होंदे ने, सीखण दी कोशिश पे करते हैं। पर जिसने बनाई है उसने किसे तो नहीं सीखी सी, उहदे अंदरों प्रगट हुई सी, उहदे अंदरों प्रगट हुई सी। तानसेन दा संगीत सुन के एक दिन अकबर कहंदा है, तू इतना मधुर गाउंदा है, साडी सुरत गवा जाती है, लीन हो जाते हैं। तो इत्थों भी कोई चंगा गाउंदा है? तानसेन कहंदा हाँ। कौन? बिंद्रावन दे झुग्गी च रहिंदा हरदास, स्वामी हरिदास। उत्थों सिखिया सी, उहदे कोलों सिखिया सी। अकबर कहंदा फिर मैं उसनों सुनना। पता है तानसेन ने की आख्या? मैं तेरे दरबार दे आके तैनू सुना सकदा, ओनू सुनना है तो उहदे दरबार तैनू जाना पड़ेगा। पर वो रोज नहीं गांदा। जिस दिन उस दे अंदरों संगीत फुटदा है, उस दिन गांदा है, उस दिन गांदा है। कहंदे ने उत्थे बहुत सारे साधुआं दियां कुटियां सन। वक़्त दा बादशाह पड़ोसे जाके ठहरिया है, गुमनाम तरीके नाल तानसेन नाल। 3 दिन ते इंतजार किया, सबर दा पैमाना। ओह लबरेज होया, औखा होया, बई हद हो गई है, 3 दिन हो गए, होर किन्ना सबर करिए। एक दिन अमृत वेले कन्ना च आवाज पई। अकबर उस कुटिया दे कोल चलिया गया। जिंदगी च पहली दफा अकबर नूं पता चलिया कि रूहानी आनंद की होंदा है, रूहानी रस की होंदा है। झुग्गी दे च आके अकबर तानसेन नूं कहंदा है, तू इस तरह कदी नहीं गाया, तेरे संगीत ने तो इतनी गहराई नाल सानू कदी नहीं छोया। पता है तानसेन ने की आख्या? बादशाह सलामत,
ਅਸੀਂ ਗਾਉਂਦੇ ਹਾਂ ਤੇਰੇ ਵਾਸਤੇ, ਉਹ ਗਾਉਂਦਾ ਹੈ ਬਾਦਸ਼ਾਹਾਂ ਦੇ ਬਾਦਸ਼ਾਹ ਪ੍ਰਮਾਤਮਾ ਵਾਸਤੇ, ਤੇਰੇ ਵਾਸਤੇ ਨਹੀਂ ਗਾਉਂਦਾ। ਉਹਦਾ ਗਾਇਆ ਹੋਇਆ ਤੇ ਮੇਰਾ ਗਾਇਆ ਹੋਇਆ ਬਰਾਬਰ ਕਿਸ ਤਰ੍ਹਾਂ ਹੋਵੇਗਾ? ਮੈਂ ਤੈਨੂੰ ਖੁਸ਼ ਕਰਨ ਵਾਸਤੇ ਗਾਉਂਦਾ, ਉਹ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਗਾਉਂਦਾ। ਉਹਦੇ ਅੰਦਰੋਂ ਸੰਗੀਤ ਫੁੱਟਦਾ ਹੈ, ਮੈਂ ਸੰਗੀਤ ਨੂੰ ਜਨਮ ਦੇਣਾ। ਮੈਂ ਸਿੱਖਿਆ ਤੇ ਗਾਉਣਾ, ਉਹ ਤੇ ਇੱਕ ਝਰਨੇ ਦਾ ਪਾਣੀ ਹੈ, ਫੁੱਟਿਆ ਤੇ ਨਿਕਲਦਾ ਹੈ। ਮੈਂ ਤੇ ਖੂਹ ਦਾ ਪਾਣੀ ਹੈ, ਡੋਲ ਨਾਲ ਕੱਢਣਾ ਪੈਂਦਾ ਹੈ, ਮਿਹਨਤ ਕਰਕੇ ਕੱਢਣਾ ਪੈਂਦਾ ਹੈ। ਉਹ ਤੇ ਝਰਨੇ ਦਾ ਬਹਾਵ ਹੈ, ਬਰਾਬਰ ਕਿਸ ਤਰ੍ਹਾਂ ਹੋ ਸਕਦਾ ਹੈ? ਜਦ ਕੋਈ ਉਸ ਮਹਾਨ ਕਲਾਕਾਰ ਨਾਲ ਜੁੜ ਜਾਂਦਾ ਹੈ, ਅੰਦਰੋਂ ਕਵਿਤਾ ਫੁੱਟਦੀ ਹੈ, ਅੰਦਰੋਂ ਸੰਗੀਤ ਨਿਕਲਦਾ ਹੈ, ਤਰ੍ਹਾਂ ਤਰ੍ਹਾਂ ਦੀ ਕਲਾ ਨਿਕਲਦੀ ਹੈ। ਸਾਰੀਆਂ ਕਲਾ ਦੇ ਵਿੱਚ ਦੋ ਕਲਾ ਬਹੁਤ ਕੋਮਲ ਮੰਨੀਆਂ ਗਈਆਂ ਨੇ, ਸੰਗੀਤ ਤੇ ਕਵਿਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਨਾ ਨਾਦ ਨਾ ਬੇਦ, ਗੇ ਰਸ ਰਸ ਕਸ ਨਾ ਜਾਣੰਤ। ਇੱਕ ਐਸੇ ਨੇ ਨਾਦ, ਸੰਗੀਤ ਦੀ ਕੋਈ ਸੋਚ ਨਹੀਂ, ਕੋਈ ਮਸ ਨਹੀਂ। वेद, रब्बी ज्ञान, रब्बी विद्या की कोई समझ नहीं, कुछ भी पता नहीं। एक ना शब्द ना सुरत, अखर का एव ना लहंद। एक ना नाद ना बेद, गे रस रस कस ना जानंद। एक ना शब्द ना सुरत, अखर सर अखर का भय ना लहंत। कुछ अखर दा बोध नहीं उस परमात्मा दा, कुछ संगीत दी समझ नहीं, कविता दा बोध नहीं। लेकिन कहते ने असीं बहुत कुछ जानते हैं, बहुत कुछ जानते हैं, बहुत कुछ जानते हैं। हुण गुरु नानक देव जी कहते, नानक ते नर असल खर, जो बिन गुण गरत करन। न कविता जानदा है, न शायरी नूं जानदा है, न संगीत नूं जानदा है, न रब्बी विचार नूं जानदा है, ते फिर दावा है मैनूं सब कुछ पता है। महाराज कहंदे ने असली खोते इन्हां नूं कहंदे ने। ऐसा क्या है? धन गुरु नानक देव जी ने। क्यों? भावक मनुख, श्रद्धालु मनुख ਸਰੋਤਾ ਹੁੰਦਾ ਹੈ और कला दे नेड़े चला जाता है। ये भी महर्ज करते हैं, नेड़े चला जाता है। हकीकत है, ये बहुत वड्डी सच्चाई है। आज दुनिया बहुत बाहर मुखी हो गई है, अंतर्मुखी होना बहुत औखा है। एक दफा मैं फिर दोहरा दें ताकि गल पूरी पकड़ दे च आ जाए। जो भोजन असी खाने हैं उसका जिहड़ा भाग साडे अंदर रह जाता है, ਉਹੀ खून बनता है, ਉਹੀ मास बनता है, ਉਹੀ शरीर की शक्ति बनता है। गुरु का शब्द सत्संग दे जो असी सुनते हैं, कथा कीर्तन जो असी सुनते हैं, जो साडे मन दे च रह जाता है, ਉਹੀ साडे मन का हिस्सा बनता है। ते मन का हिस्सा बन के पहले भरोसा बनता है, फिर भावना बनता है, भगती बनता है। स्नेह ते सारिਆਂ ਦੇ अंदर है, वो तो सारे मनुख स्नेह ते सारिਆਂ ਦੇ अंदर है। गुरु कोल पदार्थां दी मंग, ये गुरु नाल स्नेह है, प्रेम भी नहीं है। अपनी तो छोटे दी तरफ प्यार दी धारा जो जाऊंदी है उसनूं स्नेह कहंदे ने, बराबरी दी तरफ जांदी है तो प्रेम कहंदे ने। अगर ये गहरा स्रोता है तो इसके अंदर प्रेम पैदा हो जाएगा। मनुख इस अवस्था तक पहुंच सके, गुरु घर ने 4 तरह की कोशिश की थी। कीर्तन, कथा, ढाडी प्रसंगां दे राहीं इतिहास की जानकारी करा के मनुख दे अंदर जाग लानी। और धन गुरु गोबिंद सिंह जी महाराज ने कवि दरबारां नूं जन्म दिता। धन गुरु अर्जन देव जी महाराज कहंदे ने, हे परिपूर्ण परमात्मा, कई कोट कवि काव्य विचारे।
ਕਰਦੇ ਨੇ ਤੇਰੇ ਕਈ ਵਿਚਾਰ, ਕਵਿਤਾ ਦੇ ਰਾਹੀਂ, ਸ਼ਾਇਰੀ ਦੇ ਰਾਹੀਂ। ਸੰਸਕ੍ਰਿਤ ਦਾ ਲਫ਼ਜ਼ ਹੈ ਰਿਸ਼ੀ, ਤੇ ਰਿਸ਼ੀ ਦੇ ਅਰਥ ਨੇ ਕਵੀ। ਇਹ ਜਿੰਨੇ ਭਗਤਾਂ ਦੀ ਬਾਣੀ ਰਿਸ਼ੀ ਮੁਨੀਆਂ ਦੀ ਬਾਣੀ ਹੈ। ਰਿਸ਼ੀ ਮੁਨੀ ਇਕੱਠਾ ਸ਼ਬਦ ਕਿਉਂ ਕਹਿੰਦੇ ਆ? ਜਿਨ੍ਹਾਂ ਦਾ ਮਨ ਚੁੱਪ ਕਰ ਗਿਆ, ਮੌਨ ਕਰ ਧਾਰਨ ਕਰ ਗਿਆ ਰਿਸ਼ੀ। ਹੁਣ ਇਹਦੇ ਅੰਦਰੋਂ ਕਲਾ ਫੁੱਟੇ।